ਅੱਜ ਦਾ जो टॉपिक है वो है एनी नंबर ऑफ फोर्सेस एक्टिंग एट ए पॉइंट। ਹੁਣ ਤੱਕ ਆਪਾਂ ਸਿਰਫ ਦੋ ਫੋਰਸਸ ਦੇਖੀਆਂ ਸੀਗੀਆਂ। ਦੋ ਫੋਰਸਸ ਦਾ ਰਿਜ਼ਲਟੈਂਟ ਕਿਸ ਤਰ੍ਹਾਂ ਹੋਏਗਾ, ਆਰ ਸਕੇਅਰ ਇਜ਼ ਇਕੁਅਲ ਟੂ ਪੀ ਸਕੇਅਰ ਪਲੱਸ ਕਿਊ ਸਕੇਅਰ ਪਲੱਸ 2 ਪੀ ਕਿਊ ਕਾਜ਼ ਅਲਫਾ। ਜਾਂ ਆਪਾਂ ਤਿੰਨ ਫੋਰਸਸ ਦੇਖੀਆਂ ਸੀਗੀਆਂ। ਤਿੰਨ ਫੋਰਸਸ ਦੇ ਰਿਗਾਰਡਿੰਗ ਆਪਾਂ ਲੈਮੀ ਥਿਊਰਮ ਦੇਖੀ ਸੀਗੀ, ਟ੍ਰਾਇੰਗਲ ਲਾ ਦੇਖਿਆ ਸੀਗਾ, ਹੈ ਨਾ। ਤਾਂ ਉਹ ਸਿਰਫ ਦੋ ਜਾਂ ਤਿੰਨ ਫੋਰਸਸ ਸੀਗੀਆਂ। ਜੋ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਇਹਦੇ ਵਿੱਚ ਐਨੀ ਨੰਬਰ ਆਫ ਫੋਰਸਸ ਜਿਹੜੀਆਂ ਹੈਗੀਆਂ ਉਹਨਾਂ ਦਾ ਅਫੈਕਟ, ਉਹਨਾਂ ਦੇ ਰਿਜ਼ਲਟੈਂਟ, ਉਹਨਾਂ ਦਾ ਇਕੁਇਲਿਬਰੀਅਮ ਆਪਾਂ ਡਿਸਕਸ ਕਰਨ ਜਾ ਰਹੇ ਹੈਗੇ ਆ। ਤਾਂ ਇਹਦੇ 'ਚ ਜਿਹੜਾ ਲਾਅ ਹੈ ਜੋ ਆਪਾਂ ਨੂੰ ਹੈਲਪ ਕਰੇਗਾ, ਗਾਈਡ ਕਰੇਗਾ ਇਕੁਇਲਿਬਰੀਅਮ ਇਸਟੈਬਲਿਸ਼ ਕਰਨ ਦੇ ਵਿੱਚ ਜਾਂ ਹੋਰ ਫਰਦਰ ਡਿਸਕਸ਼ਨ ਦੇ ਲਈ, ਉਹ ਹੈ ਪੋਲੀਗਨ ਲਾਅ ਆਫ ਫੋਰਸਸ। ਤਾਂ ਪੋਲੀਗਨ ਲਾਅ ਆਫ ਫੋਰਸਸ ਜੋ ਹੈ ਉਹ ਟ੍ਰਾਇੰਗਲ ਲਾ ਦਾ ਹੀ ਮਤਲਬ ਇੱਕ ਤਰ੍ਹਾਂ ਦੀ ਐਕਸਟੈਂਸ਼ਨ ਕਹਿ ਸਕਦੇ ਹੋ। स्टेटमेंट भी ਉਹਦੇ ਤਰ੍ਹਾਂ ਹੀ ਹੈ। इफ़ नंबर ऑफ फोर्सेस एक्टिंग एट ए पॉइंट कैन बी रिप्रेजेंटेड इन मैग्नीट्यूड एंड डायरेक्शन बाय साइड्स ऑफ पॉलीगन, क्लोज्ड पॉलीगन, then forces must be in equilibrium। मतलब ਜੇ ਕੁਝ फोर्सेस ਤਿੰਨ ਤੋਂ ਜ਼ਿਆਦਾ, 3 4 5 ਜਾਂ ਐਨੀ ਨੰਬਰ ਆਫ फोर्सेस ਨੂੰ ਜੇ ਆਪਾਂ ਮੈਗਨੀਟਿਊਡ ਤੇ ਡਾਇਰੈਕਸ਼ਨ ਵਾਈਜ਼ ਕਿਸੇ ਪੋਲੀਗਨ ਦੀ ਸਾਈਡ ਦੇ ਅਲੋਂਗ ਐਕਸਪ੍ਰੈਸ ਕਰ ਸਕੀਏ ਤਾਂ फोर्सेस ਨੂੰ ਇਕੁਇਲਿਬਰੀਅਮ ਦੇ ਵਿੱਚ ਹੋਣਾ ਪਏਗਾ। ਤਾਂ ਆਪਾਂ ਕੁਝ ਫੋਰਸਸ ਲੈ ਲੈਂਦੇ ਹਾਂ। ਫੋਰਸ F1 ਲੈ ਲਈਏ, ਫੋਰਸ F2, F3, F4 ਅਤੇ F5। ਇਹ ਪੰਜ ਫੋਰਸਸ ਨੇ ਇਸ ਪੁਆਇੰਟ O ਦੇ ਉੱਪਰ ਐਕਟ ਕਰ ਰਹੀਆਂ ਨੇ, ਠੀਕ ਹੈ। ਅਤੇ ਆਪਾਂ ਇਹਨਾਂ ਫੋਰਸਸ ਦੀ ਹੈਲਪ ਨਾਲ, ਜਿੰਨਾ ਇਹਨਾਂ ਦੀ ਫੋਰਸਸ ਹੈਗੀ ਹੈ, ਫੋਰਸ ਦੀ ਮੈਗਨੀਟਿਊਡ ਹੈ, ਉਨੀ ਹੀ ਆਪਾਂ ਪੋਲੀਗਨ ਦੀ ਸਾਈਡ ਦੀ ਲੈਂਥ ਰੱਖ ਕੇ ਇੱਕ ਪੋਲੀਗਨ ਤਿਆਰ ਕਰ ਲਾਂਗੇ। ਇੱਕ ਇਸ F1 ਦੇ ਨਾਲ ਆਪਾਂ ਪੋਲੀਗਨ ਦੀ ਸਾਈਡ ਆਹ ਵਾਲੀ ਤਿਆਰ ਕਰ ਲਾਂਗੇ ਇੱਕ ਆਪਾਂ। ਫਿਰ ਇਸ F2 ਦੇ ਨਾਲ ਆਪਾਂ ਪੋਲੀਗਨ ਦੀ ਆਹ ਸਾਈਡ ਤਿਆਰ ਕਰ ਲਾਂਗੇ। F3 ਦੇ ਲਈ ਆਪਾਂ ਕੋਰਸਪੋਂਡਿੰਗ ਪੋਲੀਗਨ ਦੀ ਸਾਈਡ ਇਹ ਤਿਆਰ ਕਰ ਲਾਂਗੇ। F4 ਲਈ ਪੋਲੀਗਨ ਦੀ ਸਾਈਡ ਆਹ ਹੋ ਜਾਏਗੀ। ਅਤੇ ਫਾਈਨਲੀ ਜਿਹੜੀ F5 ਹੋਏਗੀ ਉਹਦੇ ਨਾਲ ਆਪਣੀ ਜਿਹੜੀ ਪੋਲੀਗਨ ਹੈ ਉਹ ਕਲੋਜ਼ ਹੋ ਜਾਏਗੀ। ਪੋਲੀਗਨ ਦਾ ਕਲੋਜ਼ ਹੋਣਾ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਵੈਸੇ ਵੀ ਜੇ ਕਲੋਜ਼ ਨਾ ਹੋਈ ਤਾਂ ਉਹ ਪੋਲੀਗਨ ਬਣੇਗੀ ਵੀ ਨਹੀਂ। ਕਲੋਜ਼ ਹੋਣ ਦਾ ਮਤਲਬ ਆਹ ਵਾਲੀ ਜਿਹੜੀ ਲਾਈਨ ਹੈ ਅਤੇ ਆਹ ਵਾਲੀ ਦੋਨੋਂ ਲਾਈਨ ਜਿਹੜੀਆਂ ਹੈਗੀਆਂ ਇੰਟਰਸੈਕਟ ਕਰਨੀਆਂ ਚਾਹੀਦੀਆਂ ਇੱਕ ਪਰਫੈਕਟ ਪੁਆਇੰਟ, ਸਿੰਗਲ ਪੁਆਇੰਟ ਦੇ ਉੱਪਰ, ਤਾਂ ਹੀ ਆਪਣੀ ਜਿਹੜੀ ਪੋਲੀਗਨ ਜਿਹੜੀ ਹੈਗੀ ਆ ਉਹ ਕਲੋਜ਼ ਹੋ ਪਾਏਗੀ। ਤਾਂ ਆਪਾਂ ਇਹ ਸਾਬਤ ਕਰਨਾ ਚਾਹੁੰਦੇ ਕਿ ਜਿਹੜੀਆਂ ਫੋਰਸਸ ਨੇ F1, F2, F3 ਦੇ, F4, F5 ਦੇ ਆਰ ਇਨ ਇਕੁਇਲਿਬਰੀਅਮ, ਜਾਂ ਕਹਿਣ ਤੋਂ ਭਾਵ ਪੰਜੇ ਫੋਰਸਸ ਦਾ ਜਿਹੜਾ ਸਮ ਹੈਗਾ ਉਹ ਆਪਾਂ 0 ਦੇ ਬਰਾਬਰ ਪ੍ਰੂਵ ਕਰਨਾ ਹੈਗਾ। ਤਾਂ ਆਪਾਂ ਸਟਾਰਟ ਕਰ ਲੈਂਦੇ ਹਾਂ। ਕਿਉਂਕਿ ਫੋਰਸਸ ਜਿਹੜੀਆਂ ਹੈਗੀਆਂ ਮੈਗਨੀਟਿਊਡ ਐਂਡ ਬਾਈ ਡਾਇਰੈਕਸ਼ਨ ਕੈਨ ਬੀ ਰਿਪਰੈਜ਼ੈਂਟਡ ਬਾਈ ਦ ਸਾਈਡਸ ਆਫ ਪੋਲੀਗਨ। ਤਾਂ ਜੋ F1 ਦਾ ਜੋ ਇਕੁਇਵਲੈਂਟ ਹੋਏਗਾ ਉਹ AB ਵੈਕਟਰ ਹੋਏਗਾ। F2 ਦਾ ਇਕੁਇਵਲੈਂਟ ਜੋ ਹੋਏਗਾ ਉਹ BC ਵੈਕਟਰ ਹੋਏਗਾ। F3 ਦਾ ਇਕੁਇਵਲੈਂਟ ਜੋ ਹੋਏਗਾ ਉਹ CD ਵੈਕਟਰ ਹੋਏਗਾ, ਐਂਡ ਸੋ ਔਨ, ਠੀਕ ਹੈ। ਅਤੇ ਆਪਾਂ ਫਿਰ ਸਟਾਰਟ ਕਰ ਲੈਂਦੇ ਹਾਂ ਪੰਜੋ ਫੋਰਸਸ ਦਾ ਸਮ, ਟੋਟਲ ਜਿਹੜਾ ਸਮ ਹੈਗਾ ਉਹ ਹੋਏਗਾ AB ਪਲੱਸ BC ਪਲੱਸ CD ਪਲੱਸ DE ਅਤੇ ਪਲੱਸ EA, ਹੈ ਨਾ। ਤਾਂ ਆਪਾਂ ਪਹਿਲਾਂ AB ਪਲੱਸ BC ਨੂੰ ਜੋੜ ਲੈਂਦੇ ਹਾਂ। AB ਪਲੱਸ BC ਟ੍ਰਾਇੰਗਲ ਲਾ ਦੇ ਅਕੋਰਡਿੰਗ ਕਾਹਦੇ ਬਰਾਬਰ ਹੋਊਗਾ, ਇਸ ਸਾਈਡ ਦੇ ਬਰਾਬਰ ਹੋਊਗਾ, ਯਾਨੀ ਕਿ AC ਦੇ ਬਰਾਬਰ, ਹੈ ਨਾ। AB ਪਲੱਸ BC ਕੀ ਹੋਊਗਾ, AC ਦੇ ਬਰਾਬਰ ਹੋਊਗਾ, ਠੀਕ ਹੈ। ਆਪਾਂ ਲਿਖ ਲਿਆ। ਨਾਲ ਇੱਥੇ ਆਹ ਜਿਹੜੀ CD ਹੈ ਉਹ ਕੰਬਾਈਨ ਕਰ ਲਓ। ਅਸਲ 'ਚ ਤੇ ਵਾਈਟਨਰ ਦੇ ਨਾਲ C ਨੂੰ ਮਿਟਾਇਆ ਹੋਇਆ ਹੈਗਾ। AC ਪਲੱਸ CD ਆਪਾਂ ਕਰ ਲੈਣੇ ਹੈਗੇ ਆ। AC ਪਲੱਸ CD ਟ੍ਰਾਇੰਗਲ ਲਾ ਦੇ ਅਕੋਰਡਿੰਗ ਕਿੱਧਰਲੇ ਪਾਸੇ ਹੋਊਗਾ, ਇੱਧਰਲੇ ਪਾਸੇ ਨੂੰ ਹੋਊਗਾ, ਯਾਨੀ ਕਿ AD ਦੇ ਬਰਾਬਰ ਹੋਊਗਾ। ਤਾਂ ਇੱਥੇ ਫਿਰ AD ਆ ਗਿਆ। ਇਹ ਵਾਲਾ AD ਇਸ DE ਨਾਲ ਕੰਬਾਈਨ ਕਰ ਲਓ। ਤਾਂ AD ਪਲੱਸ DE ਕਿੰਨਾ ਹੋਊਗਾ, AD ਪਲੱਸ DE ਇਹ ਬਰਾਬਰ ਹੋਊਗਾ EA ਦੇ, ਠੀਕ ਹੈ। ਯਾਨੀ ਕਿ ਜਿਹੜੀ ਆਹ ਚੀਜ਼ ਹੈ ਇਹ ਸੌਰੀ EA ਦੇ ਬਰਾਬਰ ਹੋਊਗੀ, ਠੀਕ ਹੈ। ਅੱਗੇ ਚੱਲਦੇ ਹਾਂ ਆਪਾਂ ਉੱਥੇ ਲਿਖਤਾ AF, ਠੀਕ ਹੈ। ਉਲਟੀ ਡਾਇਰੈਕਸ਼ਨ ਦੇ ਪਾਸੇ ਮੈਂ ਵਾਪਸ ਜਾਣਾ ਹੈਗਾ। ਇਹ ਬਰਾਬਰ ਹੋਊਗਾ AD ਪਲੱਸ DE, AD ਪਲੱਸ DE ਇੱਧਰਲੇ ਪਾਸੇ ਨੂੰ ਹੋਊਗਾ, AE ਵਾਲੇ ਪਾਸੇ ਨੂੰ, ਠੀਕ ਹੈ। ਉਲਟਾ ਉਹ ਚੱਕਰ ਤਾਂ ਪੂਰਾ ਹੋਊਗਾ ਤਾਂ ਫਿਰ ਰਿਜ਼ਲਟ ਇਕੁਇਲਿਬਰੀਅਮ ਐਸਟੈਬਲਿਸ਼ ਹੋ ਜਾਏਗਾ। ਤਾਂ AD ਅਤੇ ਪਲੱਸ DE ਇੱਧਰਲੇ ਪਾਸੇ ਨੂੰ ਹੋਊਗਾ, ਠੀਕ ਹੈ, ਟ੍ਰਾਇੰਗਲ ਲਾ ਦੇ ਅਕੋਰਡਿੰਗ। ਤਾਂ ਆਪਾਂ ਫਿਰ ਉੱਥੇ ਲਿਖਤਾ, ਆਪਾਂ AF ਲਿਖਤਾ ਉੱਤੇ, ਠੀਕ ਹੈ, AF ਆਹ ਵਾਲਾ।
ਤਾਂ AF ਪਲੱਸ FA ਕੀ ਚੀਜ਼ ਹੈ, ਦੋਨੋਂ ਆਪੋਜ਼ਿਟ ਨੇ ਇੱਕ ਦੂਸਰੇ ਦੇ, ਜਦੋਂ ਜੁੜਨਗੇ ਫਿਰ ਕੀ ਹੋ ਜਾਏਗਾ, ਆਨਸਰ 0 ਆ ਜਾਊਗਾ। ਤਾਂ ਇਹਦਾ ਮਤਲਬ ਕੀ ਹੋਏਗਾ, ਜਿਹੜੀਆਂ ਸਾਰੀਆਂ ਫੋਰਸਿਸ ਨੇ ਉਹਨਾਂ ਦਾ ਸਮ ਕਿੰਨਾ ਆ ਗਿਆ, 0 ਆ ਗਿਆ। ਤੇ ਸਮ 0 ਆਉਣ ਦਾ ਮਤਲਬ ਕੀ ਹੈ ਕਿ ਜਿਹੜੀਆਂ ਫੋਰਸਿਸ ਨੇ ਉਹ ਇਕੁਇਲਿਬਰੀਅਮ ਦੇ ਵਿੱਚ ਨਹੀਂ ਹੋ ਸਕਦੀਆਂ ਹੈਗੀਆਂ, ਤੇ ਸੌਰੀ ਇਕੁਇਲਿਬਰੀਅਮ ਦੇ ਵਿੱਚ ਹੋਣਗੀਆਂ। ਤਾਂ ਇਹਦਾ ਨੋਟ ਹੈ ਜੋ ਜ਼ਰੂਰੀ ਹੈ ਡਿਸਕਸ ਕਰਨਾ, ਜਿਵੇਂ ਟ੍ਰਾਇੰਗਲ ਲਾ ਦਾ ਜਿਹੜਾ ਕਨਵਰਸ ਵੀ ਹੋਲਡ ਕਰਦਾ ਸੀ, ਪਰ ਤੇ ਪੋਲੀਗਨ ਲਾ ਦਾ ਜਿਹੜਾ ਕਨਵਰਸ ਹੈ ਉਹ ਹੋਲਡ ਨਹੀਂ ਕਰੂਗਾ, ਠੀਕ ਹੈ। ਕਿਉਂਕਿ ਜੇ ਮੰਨ ਲਓ ਦੋ ਪੋਲੀਗਨਸ ਨੇ, ਜੇ ਮੰਨ ਲਓ ਉਹਨਾਂ ਦੇ ਸਾਰੇ ਐਂਗਲ ਬਰਾਬਰ ਵੀ ਨੇ, ਇੱਕ ਪੋਲੀਗਨ ਵੱਡੀ ਇੱਕ ਛੋਟੀ ਆ, ਤਾਂ ਦੋਨੇ ਸਾਈਡਸ ਜਿਹੜੀਆਂ ਹੈਗੀਆਂ ਜ਼ਰੂਰੀ ਨਹੀਂ ਉਹ ਪ੍ਰਪੋਰਸ਼ਨਲ ਹੋਣਗੀਆਂ ਇੱਕ ਦੂਜੇ ਦੇ। ਇਸ ਕਰਕੇ ਕਨਵਰਸ ਇੱਥੇ ਲਾਗੂ ਨਹੀਂ ਹੋਊਗਾ ਜਿਵੇਂ ਟ੍ਰਾਇੰਗਲ ਲਾ ਦੇ ਵਿੱਚ ਜਿਹੜਾ ਲਾਗੂ ਹੋ ਰਿਹਾ ਸੀਗਾ। ਤਾਂ ਇੱਕ ਥਿਊਰਮ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸ ਨੂੰ ਬੋਲਦੇ ਆ ਥਿਊਰਮ ਆਫ ਰਿਜ਼ੋਲਵਡ ਪਾਰਟਸ। ਤਾਂ ਮੈਂ ਇੱਥੇ ਸਟੇਟਮੈਂਟ ਦੇ ਦਿੰਦਾ, ਦ ਅਲਜਬਰਾਇਕ ਸਮ ਆਫ ਰਿਜ਼ੋਲਵਡ ਪਾਰਟ ਆਫ two concurrent forces in any direction in their plane is equal to resolved part of their resultant in that direction, ਠੀਕ ਹੈ। ਤਾਂ ਇਹਦੇ 'ਚ ਕੀ ਹੈ ਕਿ ਮੰਨ ਲਓ ਕੋਈ ਦੋ ਫੋਰਸਿਸ ਨੇ P ਤੇ Q, ਉਹਨਾਂ ਦੋਨੋਂ ਫੋਰਸਿਸ ਦਾ ਨਾ ਰਿਜ਼ਲਟੈਂਟ ਲੈ ਲਓ ਕਿਸੇ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ, ਦੋਨੋਂ ਦਾ ਸਮ ਲੈ ਲਓ, ਜੋ ਵੀ ਆਨਸਰ ਆਏਗਾ ਉਹ ਰਿਜ਼ਲਟੈਂਟ ਦੇ ਰਿਜ਼ੋਲਵਡ ਪਾਰਟ ਦੇ ਬਰਾਬਰ ਹੋਏਗਾ ਉਧਰਲੇ ਪਾਸੇ, ਠੀਕ ਹੈ। ਤਾਂ ਮਤਲਬ ਕਿਉਂਕਿ ਰਿਜ਼ਲਟੈਂਟ ਜਿਹੜਾ ਹੈਗਾ ਦੋਨੋਂ ਫੋਰਸਿਸ ਦਾ ਨੈਟ ਇਫੈਕਟ ਹੈ, ਤਾਂ ਰਿਜ਼ੋਲਵਡ ਪਾਰਟ ਵੀ ਜਿਹੜੇ ਹੈਗੇ ਬਰਾਬਰ ਹੋਣਗੇ, ਮਤਲਬ ਇਹ ਕਹਿਣ ਤੋਂ ਭਾਵ ਹੈਗਾ। ਜਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਸਪੋਜ਼ ਕਰ ਲਓ ਜੋ ਇੱਥੇ ਮੈਂ ਡਿਸਕਸ਼ਨ ਲਈ ਹੈ, ਆਪਾਂ ਇੱਕ ਫਰੇਮ ਤਿਆਰ ਕਰ ਲਿਆ, ਫੋਰਸ ਜਿਹੜੀਆਂ O ਪੁਆਇੰਟ 'ਤੇ ਲੱਗ ਰਹੀਆਂ ਨੇ, ਅਤੇ ਆਪਾਂ ਇੱਥੋਂ ਇੱਕ OX ਲਾਈਨ ਖਿੱਚ ਲਈ ਐਜ਼ ਏ X ਐਕਸਿਸ, ਅਤੇ ਇੱਕ ਆਪਾਂ OY ਲਾਈਨ ਖਿੱਚ ਲਈ ਐਜ਼ ਏ Y ਐਕਸਿਸ। ਅਤੇ ਆਹ ਫੋਰਸ ਆਪਣੀ P ਹੈ ਅਤੇ ਆਹ ਆਪਣੀ ਫੋਰਸ Q ਹੈ, ਅਤੇ ਦੋਨਾਂ ਦਾ ਰਿਜ਼ਲਟੈਂਟ ਜਿਹੜਾ ਹੈਗਾ, ਜਿਹੜਾ ਇਹਨਾਂ ਦਾ ਨਾਲ ਜਿਹੜਾ ਪੈਰਲੋਗ੍ਰਾਮ ਬਣੇਗੀ ਦੋਨੋਂ ਫੋਰਸਿਸ ਦੇ ਨਾਲ, ਉਹਦੇ ਡਾਇਗਨਲ ਦੇ ਅਲੋਂਗ ਐਕਟ ਕਰੂਗਾ। ਇਹ ਆਪਾਂ ਨੂੰ ਪਤਾ ਹੈਗਾ, ਪਹਿਲੇ ਪੜ੍ਹਿਆ ਹੋਇਆ। ਤਾਂ ਜੋ ਥਿਊਰਮ ਕੀ ਕਹਿ ਰਹੀ ਹੈ ਕਿ P ਅਤੇ Q ਦਾ ਜਿਹੜਾ ਰਿਜ਼ੋਲਵਡ ਪਾਰਟ ਹੋਏਗਾ, ਸਪੋਜ਼ OX ਵਾਲੇ ਪਾਸੇ, ਉਹਨਾਂ ਦਾ ਜਿਹੜਾ ਜੋੜ ਹੋਊਗਾ ਕਾਹਦੇ ਬਰਾਬਰ ਹੋਊਗਾ, R ਦਾ ਰਿਜ਼ੋਲਵਡ ਪਾਰਟ। ਇਹ ਚੀਜ਼ ਸਾਬਤ ਕਰਨੀ ਹੈ ਆਪਾਂ, ਠੀਕ ਹੈ। ਤਾਂ ਆਪਾਂ ਇਹ ਮੰਨ ਕੇ ਚੱਲ ਰਿਹਾ ਕਿ OA P ਦੇ ਵੈਕਟਰ ਦੇ ਬਰਾਬਰ ਹੈ, OB ਜਿਹੜਾ ਹੈਗਾ Q ਵੈਕਟਰ ਦੇ ਬਰਾਬਰ ਹੈ, OC ਜਿਹੜਾ ਹੈਗਾ ਉਹ R ਵੈਕਟਰ ਦੇ ਬਰਾਬਰ ਹੈ, ਮੀਨਸ ਰਿਜ਼ਲਟੈਂਟ ਆਫ P ਐਂਡ Q। ਆਪਾਂ ਕੁਛ ਐਂਗਲ ਮੰਨ ਲਏ, ਸਪੋਜ਼ ਜਿਹੜਾ P ਹੈਗਾ ਉਹ ਐਂਗਲ θ1 ਬਣਾ ਰਿਹਾ ਹੈਗਾ X ਐਕਸਿਸ ਦੇ ਨਾਲ, ਜਿਹੜਾ Q ਫੋਰਸ ਹੈਗੀ ਹੈ ਉਹ ਮੰਨ ਲਓ θ2 ਐਂਗਲ ਬਣਾ ਰਹੀ ਹੈ, ਜਿਹੜੀ R ਫੋਰਸ ਹੈਗੀ ਹੈ ਉਹ X ਐਕਸਿਸ ਦੇ ਨਾਲ θ3 ਐਂਗਲ ਬਣਾ ਰਹੀ ਹੈ। ਅਤੇ ਇੱਥੇ ਮੰਨ ਕੇ ਚੱਲ ਰਹੇ ਹਾਂ ਕਿ ਆਪਾਂ X ਐਕਸਿਸ ਡਾਇਰੈਕਸ਼ਨ ਜਿਹੜੀ ਹੈਗੀ ਹੈ ਉਹਦੇ ਵਾਲੇ ਪਾਸੇ ਆਪਾਂ ਰਿਜ਼ੋਲਵਡ ਪਾਰਟ ਡਿਸਕਸ ਕਰਨਾ ਹੈਗਾ। ਤਾਂ P ਦਾ ਰਿਜ਼ੋਲਵਡ ਪਾਰਟ OX ਵਾਲੇ ਪਾਸੇ ਕੀ ਹੋਊਗਾ, ਇਹ ਬਰਾਬਰ ਹੋਊਗਾ P cos θ1, ਐਂ ਹੁੰਦਾ ਹੈਗਾ। Y ਵਾਲੇ ਪਾਸੇ P sin θ1 ਹੋਊਗਾ, ਹੈ ਨਾ। ਤਾਂ P cos θ1 ਜਿਹੜਾ ਹੈਗਾ ਰਿਜ਼ੋਲਵਡ ਪਾਰਟ ਹੋਏਗਾ OX ਵਾਲੇ ਪਾਸੇ। ਪਰ ਜੇ ਆਪਾਂ ਦੇਖੀਏ ਕੋਸਾਈਨ ਫਾਰਮੂਲਾ, ਤਾਂ ਜਿਹੜਾ P θ1 ਕਾਹਦੇ ਬਰਾਬਰ ਹੋਊਗਾ, ਇਸ OD ਦੇ ਬਰਾਬਰ ਹੋਊਗਾ, ਆਪਾਂ ਲਿਖਤਾ। ਉਸ ਤੋਂ ਬਾਅਦ Q ਦਾ ਰਿਜ਼ੋਲਵਡ ਪਾਰਟ ਉਹ ਹੋਏਗਾ P, ਇੱਥੇ ਆਹ ਚੀਜ਼ ਨਹੀਂ ਹੈਗੀ, ਇਕੁਅਲ ਟੂ ਨਹੀਂ ਹੈਗਾ ਇੱਥੇ, ਇਹ ਹੋਊਗਾ Q cos θ2, ਜਿੰਨਾ X ਐਕਸਿਸ ਨਾਲ ਐਂਗਲ ਬਣ ਰਿਹਾ ਹੈਗਾ Q ਦਾ, ਤਾਂ ਉਹ cos θ2 ਆ ਜਾਏਗਾ। ਅਤੇ ਇਹ ਕਾਹਦੇ ਬਰਾਬਰ ਹੋਊਗਾ, OE ਦੇ, ਯਾਨੀ ਕਿ ਆਹ ਵਾਲਾ, ਠੀਕ ਹੈ। ਇਹ ਰਿਜ਼ੋਲਵਡ ਪਾਰਟ Q ਦਾ ਹੋਏਗਾ। ਇਸੇ ਤਰ੍ਹਾਂ ਆਪਾਂ R ਦਾ ਰਿਜ਼ੋਲਵਡ ਪਾਰਟ ਦੇਖ ਲੈਂਦੇ ਹਾਂ, ਯਾਨੀ ਕਿ ਇਹਦਾ ਰਿਜ਼ੋਲਵਡ ਪਾਰਟ ਕੀ ਹੋਊਗਾ, R cos θ3, ਕਿਉਂਕਿ ਆਪਾਂ ਮੰਨ ਕੇ ਚੱਲੇ ਹਾਂ ਕਿ ਜਿਹੜੀ R ਹੈਗੀ ਹੈ ਉਹ θ3 ਐਂਗਲ ਬਣਾ ਰਹੀ ਹੈ OX ਦੇ ਨਾਲ, ਤਾਂ ਇਹ R θ3 ਹੋ ਜਾਏਗਾ। ਅਤੇ ਤੁਸੀਂ ਕੋਸਾਈਨ ਫਾਰਮੂਲਾ ਦੇਖੋ, ਬੇਸ ਓਵਰ ਹਾਈਪੋਟਨਿਊਜ਼, ਤਾਂ ਫਿਰ ਇਹਨੂੰ OF ਦੇ ਬਰਾਬਰ ਹੋਣਾ ਪਊਗਾ। R cos θ3 ਨੂੰ OF ਦੇ ਬਰਾਬਰ ਹੋਣਾ ਪਊਗਾ। ਤਾਂ ਆਪਾਂ ਫਿਰ ਅਲਜਬਰਾਇਕ ਸਮ ਲੈ ਲੈਂਦੇ ਹੈਗੇ ਆ, ਆਹ ਰਿਜ਼ੋਲਵਡ ਪਾਰਟ P ਦਾ ਹੈਗਾ ਅਤੇ ਆਹ ਰਿਜ਼ੋਲਵਡ ਪਾਰਟ Q ਦਾ ਹੈਗਾ, ਦੋਨਾਂ ਨੂੰ ਜੋੜ ਲੈਂਦੇ ਹੈਗੇ ਆਪਾਂ। ਜੋੜ ਲਿਆ OD ਪਲੱਸ OE, ਅਤੇ ਇੱਥੇ OD ਉਵੇਂ ਆ ਜਾਏਗਾ, ਅਤੇ ਜਿਹੜਾ OE ਹੈ ਆਪਾਂ ਨੂੰ DF ਲਿਖ ਦਿੰਦੇ ਹੈਗੇ, ਠੀਕ ਹੈ। ਜਿਹੜਾ OD ਹੈ OD ਜਿਹੜਾ ਹੈਗਾ ਇਹ ਆਪਾਂ DF ਦੇ ਬਰਾਬਰ ਲਿਖ ਲੈਂਦੇ ਹਾਂ। ਕਲੀਅਰ ਹੈ ਜੀ। OD ਜਿਹੜਾ ਹੈ ਆਪਾਂ DF ਲਿਖ ਦਿੰਦੇ ਹਾਂ। ਕਾਰਨ ਇਹਦਾ ਕੀ ਹੈ ਕਿ ਜਿਹੜੇ OE ਅਤੇ AL ਦੋਨੋਂ ਬਰਾਬਰ ਨੇ, ਆਪਣਾ OE ਅਤੇ AL ਆਹ ਵਾਲੇ ਦੋਨੋਂ ਬਰਾਬਰ ਨੇ। ਕਿਉਂ ਬਰਾਬਰ ਨੇ, DF ਦੇ ਬਰਾਬਰ ਹੀ ਹੋਣਗੇ। ਉਹ ਇਸ ਲਈ ਬਰਾਬਰ ਹੈ ਕਿ ਜਿਹੜੀ ਟ੍ਰਾਇੰਗਲ BOE ਹੈ, ਆਹ ਵਾਲੀ BOE ਇਹ ਵਾਲੀ ਟ੍ਰਾਇੰਗਲ ਅਤੇ ਇੱਕ ਆਹ ਵਾਲੀ ਟ੍ਰਾਇੰਗਲ, ਇਹ ਦੋਨੋਂ ਨਾ ਕੌਨਗਰੈਂਟ ਨੇ,
ਜੇ ਕੌਨਗਰੈਂਟ ਹੋਣਗੀਆਂ ਤੇ ਫਿਰ ਆਹ ਬੇਸ ਤੇ ਆਹ ਬੇਸ ਦੋਨੋਂ ਦਾ ਸੇਮ ਹੋਊਗਾ, ਯਾਨੀ ਕਿ ਜਿਹੜਾ ਓ ਈ ਹੈ ਜਿਹੜੀ ਇਹ ਆਪਣਾ ਏ ਐਲ ਦੇ ਬਰਾਬਰ ਹੋਊਗਾ, ਯਾਨੀ ਕਿ ਆਹ ਵਾਲਾ ਬੇਸ ਜਿਹੜਾ ਹੈਗਾ ਤੇ ਆਹ ਵਾਲਾ ਬੇਸ ਦੋਨੋਂ ਬਰਾਬਰ ਹੋਣਗੇ। ਕਿਉਂ? ਕਿਉਂਕਿ ਆਹ ਟ੍ਰਾਇੰਗਲ ਤੇ ਆਹ ਵਾਲੇ ਟ੍ਰਾਇੰਗਲ ਕੌਨਗਰੈਂਟ ਨੇ, ਕਿਉਂਕਿ ਪੈਰਲੋਗ੍ਰਾਮ ਦੇ ਸਾਈਡਾਂ ਵਾਲੇ ਹਿੱਸੇ ਨੇ ਨਾ, ਤਾਂ ਕਰਕੇ ਇਹ ਕੌਨਗਰੈਂਟ ਹੋਣਗੀਆਂ। ਤੇ ਕਿਉਂਕਿ ਫਿਰ ਜਿਹੜਾ ਓ ਈ ਹੈ ਫਿਰ ਏ ਐਲ ਦੇ ਬਰਾਬਰ ਹੋਊਗਾ, ਤੇ ਜਿਹੜਾ ਏ ਐਲ ਹੈ ਉਹ ਡੀ ਐਫ ਦੇ ਬਰਾਬਰ ਹੈ, ਤਾਂ ਆਪਾਂ ਲਿਖਤਾ ਫਿਰ। ਠੀਕ ਹੈ, ਤਾਂ ਇਹ ਕੀ ਆ ਗਿਆ ਓ ਡੀ ਪਲੱਸ ਡੀ ਐਫ, ਓ ਡੀ ਪਲੱਸ ਡੀ ਐਫ ਇਹ ਕਾਹਦੇ ਬਰਾਬਰ ਹੋਊਗਾ ਫਿਰ ਓ ਐਫ ਦੇ। ਤੇ ਓ ਐਫ ਕੀ ਚੀਜ਼ ਹੈ? ਓ ਐਫ ਜਿਹੜਾ ਹੈਗਾ ਆਰ ਦਾ ਰਿਜ਼ੋਲਵਡ ਪਾਰਟ ਹੈ, ਤਾਂ ਪ੍ਰੂਵ ਹੋ ਗਿਆ। ਫਿਰ ਪੀ ਦਾ ਰਿਜ਼ੋਲਵਡ ਪਾਰਟ ਓ ਐਕਸ ਵਾਲੇ ਪਾਸੇ ਪਲੱਸ ਕਿਊ ਦਾ ਰਿਜ਼ੋਲਵਡ ਪਾਰਟ ਐਕਸ ਵਾਲੇ ਪਾਸੇ ਬਰਾਬਰ ਕਾਹਦੇ ਹੋਊਗਾ? ਆਰ ਦਾ ਰਿਜ਼ੋਲਵਡ ਪਾਰਟ ਐਕਸ ਵਾਲੇ ਪਾਸੇ। ਤਾਂ ਰਿਜ਼ੋਲਵਡ ਪਾਰਟ ਆਪਾਂ ਆਲਰੇਡੀ ਪੜ੍ਹਿਆ ਹੋਇਆ। ਰਿਜ਼ੋਲਵਡ ਪਾਰਟ ਦਾ ਮਤਲਬ ਹੁੰਦਾ ਕਿ ਫੋਰਸ ਦਾ ਕਿਸੇ ਪਰਟੀਕੂਲਰ ਡਾਇਰੈਕਸ਼ਨ ਵਾਲੇ ਪਾਸੇ ਕਿੰਨਾ ਕੁ ਇਫੈਕਟ ਹੈਗਾ। ਮਤਲਬ ਜੇ ਤੁਸੀਂ ਗੱਲ ਕਰੋ ਕਿ ਪੀ ਦਾ, ਹੁਣ ਪੀ ਇੱਧਰ ਨੂੰ ਲੱਗ ਰਹੀ ਹੈ, ਇੱਕ ਵਾਰ ਮੈਨੂੰ ਰੇਜ਼ ਕਰਦਾ ਆਪਣਾ, ਵੈਸੇ ਤਾਂ ਇਹ ਇੱਕ ਤਰ੍ਹਾਂ ਰੀਕਾਲ ਮੰਨ ਸਕਦੇ ਹੋ। ਹੁਣ ਜਿਵੇਂ ਸਪੋਜ਼ ਕਰ ਲਓ ਪੀ ਇੱਧਰ ਨੂੰ ਪਾਸੇ ਨੂੰ ਲੱਗਦੀ ਪਈ ਹੈ ਨਾ, ਤੇ ਪਰ ਪੀ ਦਾ ਇਫੈਕਟ ਇੱਧਰਲੇ ਪਾਸੇ ਵੀ ਕੁਛ ਨਾ ਕੁਛ ਹੋਏਗਾ, ਜ਼ਰੂਰ ਹੋਏਗਾ, ਇਸੇ ਨੂੰ ਆਪਾਂ ਰਿਜ਼ੋਲਵਡ ਪਾਰਟ ਬੋਲਦੇ ਹੁੰਦੇ ਹਾਂ। ਤੇ ਪੀ ਦਾ ਇਫੈਕਟ ਇੱਧਰਲੇ ਪਾਸੇ ਵੀ ਕੁਝ ਨਾ ਕੁਝ ਹੋਏਗਾ ਵਾਈ ਵਾਲੇ ਪਾਸੇ, ਹੈ ਨਾ, ਉਹਨੂੰ ਆਪਾਂ ਇੱਧਰਲੇ ਪਾਸੇ ਆਪਾਂ ਪੀ ਕੋਸ ਥੀਟਾ ਕਹਿ ਦਿੰਦੇ ਹੁੰਦੇ, ਇੱਧਰਲੇ ਪਾਸੇ ਪੀ ਸਾਈਨ ਥੀਟਾ ਕਹਿ ਦਾਂਗੇ। ਤਾਂ ਇਹ ਥਿਊਰਮ ਦਾ ਭਾਵ ਕੀ ਹੈ ਕਿ ਪੀ ਤੇ ਕਿਊ ਦਾ ਜਿਹੜਾ ਰਿਜ਼ੋਲਵਡ ਪਾਰਟ ਦਾ ਜਿਹੜਾ ਸਮ ਹੋਊਗਾ ਉਹਨਾਂ ਦੇ ਰਿਜ਼ਲਟੈਂਟ ਦੇ ਰਿਜ਼ੋਲਵਡ ਪਾਰਟ ਦੇ ਬਰਾਬਰ ਹੋਊਗਾ। ਸਾਫ਼ ਜੀ ਗੱਲ ਹੈ, ਕਿਉਂਕਿ ਜਿਹੜਾ ਰਿਜ਼ਲਟੈਂਟ ਹੈਗਾ ਦੋਨੋਂ ਫੋਰਸਿਸ ਦਾ ਟੋਟਲ ਇਫੈਕਟ ਹੈ, ਇਸ ਕਰਕੇ ਰਿਜ਼ੋਲਵਡ ਪਾਰਟ ਦਾ ਟੋਟਲ ਇਫੈਕਟ ਵੀ ਰਿਜ਼ਲਟੈਂਟ ਦੇ ਰਿਜ਼ੋਲਵਡ ਪਾਰਟ ਦੇ ਬਰਾਬਰ ਹੋਊਗਾ। ਤੇ ਥਿਊਰਮ ਹੈ ਬੜੀ ਯੂਜ਼ਫੁਲ ਹੈ ਇਹ। ਇਹਦੇ ਬਾਰੇ ਇੱਕ ਸਪੈਸ਼ਲ ਨੋਟ ਵੀ ਹੈਗਾ ਕਿ ਜੇ ਸਪੋਜ਼ ਕਰ ਲਓ ਗਿਵਨ ਨੰਬਰ ਆਫ ਫੋਰਸਿਸ ਜੇ ਇਕੁਇਲਿਬਰੀਅਮ 'ਚ ਹੈਗੀਆਂ ਨੇ ਤਾਂ ਸਮ ਆਫ ਰਿਜ਼ੋਲਵਡ ਪਾਰਟ ਜਿਹੜਾ ਹੋਊਗਾ ਸਾਰੀਆਂ ਫੋਰਸਿਸ ਦਾ ਅਲੋਂਗ ਪਰਟੀਕੂਲਰ ਡਾਇਰੈਕਸ਼ਨ ਜਿਹੜਾ 0 ਹੋਏਗਾ। ਇਹ ਵੀ ਇੱਕ ਤੁਸੀਂ ਇਹ 'ਚੋਂ ਕਨਕਲੂਜਨ ਲੈ ਸਕਦੇ ਹੋ। ਮੰਨ ਲਓ ਜੇ 4 ਫੋਰਸਿਸ ਨੇ, ਮੰਨ ਲਓ ਇਕੁਇਲਿਬਰੀਅਮ ਦੇ ਵਿੱਚ ਨੇ, ਤਾਂ ਉਹਨਾਂ ਸਾਰੀਆਂ ਫੋਰਸਿਸ ਦਾ ਕਿਸੇ ਪਰਟੀਕੂਲਰ ਡਾਇਰੈਕਸ਼ਨ ਵਾਲੇ ਪਾਸੇ ਜੇ ਤੁਸੀਂ ਰਿਜ਼ੋਲਵਡ ਪਾਰਟ 0 ਕਰ ਦੋਗੇ ਜੋੜ ਕਰਕੇ, ਸੌਰੀ ਜੇ ਸਭ ਦਾ ਜੋੜ ਕਰੋਗੇ ਤਾਂ ਉਹ 0 ਆਏਗਾ। ਠੀਕ ਹੈ, ਸਮ ਆਫ ਰਿਜ਼ੋਲਵਡ ਪਾਰਟ ਕਿਸੇ ਵੀ ਡਾਇਰੈਕਸ਼ਨ ਵਾਲੇ ਪਾਸੇ। ਤਾਂ ਇਲਸਟ੍ਰੇਸ਼ਨ ਲੈ ਲੈਂਦੇ, ਜਿਵੇਂ ਆਪਾਂ ਸਪੋਜ਼ ਕਰ ਲਓ ਮੈਂ ਦਿਖਾਉਣਾ ਕਿ ਕੰਮ ਕਿਵੇਂ ਕਰਦਾ ਹੈਗਾ। ਫੋਰਸਿਸ F1 F2 Fn ਆਪਣੇ ਫੋਰਸਿਸ ਲੈ ਲਈਆਂ, ਠੀਕ ਹੈ, ਕਿਸੇ ਪੁਆਇੰਟ O ਦੇ ਉੱਪਰ ਐਕਟ ਕਰ ਰਹੀਆਂ ਨੇ, ਆ ਪੁਆਇੰਟ O ਹੈਗਾ, ਠੀਕ ਹੈ। ਤੇ ਜਿਹੜੀਆਂ ਫੋਰਸਿਸ ਨੇ ਆਪਾਂ ਨੂੰ ਫਿਰ ਨਾਲ ਇੱਕ ਫਰੇਮ ਵੀ ਤਿਆਰ ਕਰ ਲੈਂਦੇ ਹਾਂ, ਠੀਕ ਹੈ। X ਵਿੱਚੋਂ O ਵਿੱਚੋਂ ਨਿਕਲਦਾ ਹੋਇਆ ਫਰੇਮ ਤਿਆਰ ਕਰ ਲਿਆ ਆਪਾਂ, XY ਫਰੇਮ, ਇੱਧਰਲੇ ਪਾਸੇ OX ਲੈ ਲਿਆ, ਇੱਧਰਲੇ ਪਾਸੇ ਆਪਾਂ OY ਲੈ ਲਿਆ। ਤੇ ਇੱਥੇ ਜਿਹੜਾ F1 ਹੈ ਉਹ X ਐਕਸਿਸ ਦੇ ਨਾਲ θ1 ਐਂਗਲ ਬਣਾਉਂਦਾ ਹੈਗਾ, F2 ਜਿਹੜਾ ਹੈਗਾ X ਐਕਸਿਸ ਦੇ ਨਾਲ θ2, ਫਿਰ ਐਂਡ ਸੋ ਔਨ Fn ਜਿਹੜਾ ਹੈਗਾ X ਐਕਸਿਸ ਦੇ ਨਾਲ θn ਐਂਗਲ ਬਣਾਉਂਦਾ ਹੈਗਾ। ਤਾਂ ਆਪਣੇ ਇਸ ਥਿਊਰਮ ਦੇ ਅਕੋਰਡਿੰਗ ਕੀ ਹੋਊਗਾ, ਇਹਨਾਂ ਫੋਰਸਿਸ ਦਾ ਜਿਹੜਾ ਰਿਜ਼ਲਟੈਂਟ ਹੋਊਗਾ, ਸਪੋਜ਼ ਕਰ ਲਓ ਇੱਧਰਲੇ ਪਾਸੇ ਲੱਗਦਾ ਹੈਗਾ, ਇਹਦਾ ਵੀ ਕੋਈ ਨਾ ਕੋਈ ਐਂਗਲ ਬਣ ਰਿਹਾ ਹੋਊਗਾ, ਮੰਨ ਲਓ θ ਐਂਗਲ ਬਣ ਰਿਹਾ ਹੈਗਾ। ਤਾਂ ਜਿਹੜਾ r cos θ ਹੈ ਰਿਜ਼ਲਟੈਂਟ ਦਾ ਰਿਜ਼ੋਲਵਡ ਪਾਰਟ ਕਾਹਦੇ ਬਰਾਬਰ ਹੋਊਗਾ? F1 ਦਾ ਰਿਜ਼ੋਲਵਡ ਪਾਰਟ ਕਿੰਨਾ ਹੈਗਾ? ਉਹ ਹੈਗਾ F1 cos θ1। F2 ਦਾ ਰਿਜ਼ੋਲਵਡ ਪਾਰਟ OX ਵਾਲੇ ਪਾਸੇ ਕਿੰਨਾ ਹੈ? F2 θ2 ਜੋੜ ਕਰਤਾ, ਪਲੱਸ ਸੋ ਔਨ, ਫਿਰ ਇਸ ਦਾ ਰਿਜ਼ੋਲਵਡ ਪਾਰਟ ਇੱਧਰਲੇ ਪਾਸੇ ਕਿੰਨਾ OX ਵਾਲੇ ਪਾਸੇ, ਉਸ ਨੂੰ ਵੀ ਜੋੜਤਾ। ਇਹ ਸਾਰੇ ਰਿਜ਼ੋਲਵਡ ਪਾਰਟ ਜੁੜ ਕੇ ਕਾਹਦੇ ਬਰਾਬਰ ਆ ਜਾਣਗੇ? ਰਿਜ਼ੋਲਵਡ ਪਾਰਟ ਆਫ ਰਿਜ਼ਲਟੈਂਟ। ਇਹਨੂੰ ਆਪਾਂ ਕੈਪੀਟਲ X ਦੇ ਨਾਲ ਡਿਨੋਟ ਕਰ ਸਕਦੇ ਹੈਗੇ ਹਾਂ। ਇਸੇ ਤਰ੍ਹਾਂ ਆਪਾਂ ਰਿਜ਼ੋਲਵਡ ਪਾਰਟ Y ਵਾਲੇ ਪਾਸੇ ਵੀ ਕੰਸੀਡਰ ਕਰ ਸਕਦੇ ਹੈਗੇ, ਯਾਨੀ ਕਿ r sin θ ਕਾਹਦੇ ਬਰਾਬਰ ਹੋਊਗਾ? F1 sin θ1 F2 sin θ2 ਪਲੱਸ ਸੋ ਔਨ Fn sin θn। ਇਹਨੂੰ ਆਪਾਂ Y ਮੰਨ ਲਾਂਗੇ, ਠੀਕ ਹੈ। ਯਾਨੀ ਕਿ ਰਿਜ਼ੋਲਵਡ ਪਾਰਟ ਸਮ ਆਫ ਆਲ ਦਾ ਰਿਜ਼ੋਲਵਡ ਪਾਰਟਸ X ਲੈ ਲਿਆ X ਐਕਸਿਸ ਵਾਲੇ ਪਾਸੇ, ਤੇ ਸਮ ਆਫ ਆਲ ਦਾ ਰਿਜ਼ੋਲਵਡ ਪਾਰਟਸ ਅਲੋਂਗ Y ਐਕਸਿਸ ਨੂੰ ਆਪਾਂ Y ਲੈ ਲਿਆ। ਦੋਨਾਂ ਦਾ ਸਮ ਆਫ ਸਕੇਅਰ ਕਰੋਗੇ ਤਾਂ cos ਸਕੇਅਰ ਪਲੱਸ ਸਾਈਨ ਸਕੇਅਰ ਇੱਕ ਆ ਜਾਏਗਾ, ਤੇ ਇੱਧਰੋਂ x ਸਕੇਅਰ ਪਲੱਸ y ਸਕੇਅਰ ਆ ਜਾਏਗਾ, ਤਾਂ ਆਪਣਾ ਰਿਜ਼ਲਟੈਂਟ ਬਣ ਜਾਏਗਾ ਫੋਰਸ ਸਾਰੀਆਂ ਦਾ। ਦੋਨਾਂ ਨੂੰ ਡਿਵਾਈਡ ਕਰ ਦਿਓ, ਦਿਸ ਬੜਾ ਦਿਸ ਤਾਂ ਟੈਂਜੈਂਟ ਥੀਟਾ ਆ ਜਾਏਗਾ। ਇੱਥੋਂ ਆਪਾਂ ਨੂੰ ਪਤਾ ਲੱਗ ਜਾਊ ਕਿ ਰਿਜ਼ਲਟੈਂਟ ਜਿਹੜਾ ਹੈਗਾ ਕਿੰਨਾ ਐਂਗਲ ਬਣਾਉਂਦਾ ਹੈਗਾ x ਐਕਸਿਸ ਦੇ ਨਾਲ। ਤੇ ਤੁਸੀਂ ਇਹਨੂੰ ਸਮਝ ਸਕਦੇ ਹੋ, ਇਹ ਆਪਣੀ ਜਿਹੜੀ ਸਭ ਤੋਂ ਪਹਿਲਾ ਕੁਐਸਚਨ ਕੀਤਾ ਸੀਗਾ ਰਿਜ਼ਲਟੈਂਟ ਨਿਕਾਲਣਾ, r ਸਕੇਅਰ ਇਜ਼ ਇਕੁਅਲ ਟੂ p ਸਕੇਅਰ ਪਲੱਸ q ਸਕੇਅਰ ਪਲੱਸ 2pq cos θ, ਉਹਦੀ ਇੱਕ ਤਰ੍ਹਾਂ ਦੀ ਐਕਸਟੈਂਸ਼ਨ ਹੀ ਹੈ। ਉੱਥੇ ਸਿਰਫ 2 ਫੋਰਸਿਸ ਹੁੰਦੀਆਂ ਸੀ, ਇੱਥੇ ਆਪਣੇ ਕੋਲ ਮਲਟੀਪਲ ਫੋਰਸਿਸ ਨੇ, ਠੀਕ ਹੈ।
ਤੇ ਉੱਥੇ ਆਪਾਂ ਟੇਨ ਥੀਟਾ ਵੀ ਕੱਢਿਆ ਸੀਗਾ ਕਿਊ ਸਾਈਨ ਅਲਫਾ ਬਟਾ ਪੀ ਪਲੱਸ ਕਿਊ ਕੋਸ ਅਲਫਾ, ਹੈ ਨਾ। ਤਾਂ ਉਹ ਇਸ ਤਰ੍ਹਾਂ ਹੀ ਆਪਾਂ ਇੱਥੇ ਵੀ ਨਿਕਾਲ ਸਕਦੇ ਹੈਗੇ ਟੇਨ ਥੀਟਾ, ਯਾਨੀ ਕਿ ਥੀਟਾ ਕੀ ਚੀਜ਼ ਹੈਗਾ ਕਿ ਰਿਜ਼ਲਟੈਂਟ ਜਿਹੜਾ ਹੈਗਾ ਐਕਸ ਐਕਸਿਸ ਦੇ ਨਾਲ ਕਿੰਨਾ ਐਂਗਲ ਬਣਾਉਂਦਾ ਹੈਗਾ। ਤਾਂ ਇੱਕ ਆਪਾਂ ਪ੍ਰੀਲਿਮਿਨਰੀ ਡਿਸਕਸ਼ਨ ਦੇ ਲਈ ਆਪਾਂ ਇੱਥੇ 3A ਦਾ ਪਹਿਲਾ ਹੀ ਕੁਐਸਚਨ ਲੈ ਲੈਂਦੇ ਹੈਗੇ ਆ। ਫਾਈਂਡ ਦਾ ਰਿਜ਼ਲਟੈਂਟ ਆਫ ਫੋਰਸਸ 12P 9P 4P ਐਕਟਿੰਗ ਇਨ ਵਨ ਪਲੇਨ ਐਟ ਐਨ ਐਂਗਲ 120 ਡਿਗਰੀ ਬਿਟਵੀਨ ਈਚ ਅਦਰ। ਤਾਂ ਆਪਾਂ ਨੂੰ ਤਿੰਨ ਫੋਰਸਸ ਦੇ ਰੱਖੀਆਂ 12P 9P ਤੇ 4P। ਇਹਨਾਂ ਤਿੰਨਾਂ ਫੋਰਸਸ ਦੇ ਵਿੱਚ 120 ਡਿਗਰੀ ਐਂਗਲ ਹੈ, ਮਤਲਬ ਹਰ ਪੇਅਰ ਦੇ ਵਿੱਚ 120 ਡਿਗਰੀ ਐਂਗਲ ਹੈ। ਤੇ 120 ਨੂੰ ਜੇ ਆਪਾਂ 3 ਨਾਲ ਗੁਣਾ ਕਰੀਏ 360 ਡਿਗਰੀ ਪੂਰਾ ਚੱਕਰ ਪੂਰਾ ਹੋ ਜਾਂਦਾ ਹੈਗਾ, ਹੈ ਨਾ। ਤਾਂ ਇਹ ਆਪਾਂ ਕੀ ਕਰਦੇ ਹੈਗੇ ਆ, ਇਹਨਾਂ ਸਭ ਦਾ ਰਿਜ਼ਲਟੈਂਟ ਪਤਾ ਕਰਨਾ ਤੇ ਦੇਖਣਾ ਕਿ ਰਿਜ਼ਲਟੈਂਟ ਦਾ ਐਂਗਲ ਕਿੰਨਾ ਹੈਗਾ ਐਕਸ ਐਕਸਿਸ ਦੇ ਨਾਲ। ਤੇ ਆਪਾਂ ਕੀ ਕਰਾਂਗੇ, ਇਹਨਾਂ ਤਿੰਨਾਂ ਫੋਰਸਸ ਵਿੱਚੋਂ ਇੱਕ ਫੋਰਸ ਪਹਿਲੀ ਫੋਰਸ ਨੇ ਪ੍ਰੈਫਰੇਬਲੀ ਆਪਾਂ OX ਵਾਲੇ ਪਾਸੇ ਰੱਖ ਲੈਂਦੇ ਹੈਗੇ। ਆਪਾਂ ਮੰਨ ਲਿਆ ਕਿ ਜਿਹੜੀ 20P ਹੈ OX ਵਾਲੇ ਪਾਸੇ ਲੱਗਦੀ ਪਈ ਹੈ, ਠੀਕ ਹੈ। ਤੇ ਬਾਕੀ ਦੀਆਂ ਫੋਰਸਸ ਜਿਹੜੀਆਂ ਹੈਗੀਆਂ ਫਿਗਰ ਵਿੱਚ ਦਿਖਾਈਆਂ ਹੋਈਆਂ ਇੱਦਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ। ਆਹ ਤਾਂ ਆਪਾਂ 12P ਲੈ ਲਈ, ਹੈ ਨਾ। ਐਕਸ ਵਾਲੇ ਪਾਸੇ ਤੁਸੀਂ ਲੈ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈਗੀ ਹੈ। ਇੱਧਰਲੇ ਪਾਸੇ ਆਪਾਂ 12P ਲੈ ਲਈ ਤੇ ਫਿਰ ਜਿਹੜੀ 9P ਹੈ ਉਹ ਇੱਧਰਲੇ ਪਾਸੇ ਲਾਈ ਕਰੂਗੀ। ਤੇ ਫਿਰ ਆਹ ਐਂਗਲ ਜਿਹੜਾ ਸਾਫ ਜੀ ਗੱਲ 120 ਡਿਗਰੀ ਹੋਊਗਾ, ਕਿਉਂਕਿ ਕਹਿ ਰੱਖਿਆ ਹੈ ਕਿ ਐਂਗਲ ਜਿਹੜਾ ਹੈਗਾ 120 ਡਿਗਰੀ ਹੈ। ਤੇ ਤੀਜੀ ਬਚਦੀ ਫੋਰਸ 4P ਉਹ ਇੱਧਰਲੇ ਪਾਸੇ ਹੋਊਗੀ ਤੇ ਫਿਰ ਆਹ ਐਂਗਲ ਵੀ 120 ਡਿਗਰੀ ਹੋਊਗਾ। ਟੋਟਲ ਐਂਗਲ ਕਿੰਨਾ ਆ ਜਾਊਗਾ 240 ਡਿਗਰੀ ਬਣ ਜਾਏਗਾ ਇਹ, ਹੈ ਨਾ। ਤਾਂ ਆਪਾਂ ਚੱਲ ਲੈਂਦੇ ਹੈਗੇ ਆ। ਇੱਥੇ θ1 ਆਪਣਾ 0 ਹੋ ਜਾਏਗਾ 12P ਦਾ ਐਂਗਲ, ਤੇ θ2 ਦਾ ਐਂਗਲ 120 ਡਿਗਰੀ ਹੋ ਜਾਏਗਾ, ਤੇ θ3 ਜਾਂ ਤੀਜੀ ਫੋਰਸ ਦਾ ਐਂਗਲ 240 ਡਿਗਰੀ ਹੋ ਜਾਏਗਾ। ਆਪਾਂ ਕੀ ਕਰਦੇ ਹਾਂ, ਰਿਜ਼ੋਲਵਡ ਪਾਰਟ ਲੈਣੇ ਹੈਗੇ ਤਿੰਨੋਂ ਫੋਰਸਸ ਦੇ ਐਕਸ ਵਾਲੇ ਪਾਸੇ, ਠੀਕ ਹੈ। ਤਾਂ ਮੈਂ ਇਹਨੂੰ ਹੈਡਿੰਗ ਕਿਵੇਂ ਲਿਖਦਾ, ਰਿਜ਼ੋਲਵਿੰਗ ਫੋਰਸਸ ਅਲੋਂਗ ਐਕਸ ਐਕਸਿਸ ਜਾਂ ਕਹਿ ਲਓ OX। ਮਤਲਬ ਮੈਂ ਸਾਰੀਆਂ ਫੋਰਸਸ ਦੇ ਰਿਜ਼ੋਲਵਡ ਪਾਰਟ ਨੂੰ ਜੋੜੂੰਗਾ ਅਲੋਂਗ ਦਾ ਐਕਸ ਐਕਸਿਸ, ਤਾਂ ਜਿਸ ਨੂੰ ਆਪਾਂ ਕੈਪੀਟਲ X ਨਾਲ ਕਹਿੰਦੇ ਹੈਗੇ ਆ। ਤਾਂ ਰਿਜ਼ੋਲਵਡ ਪਾਰਟ 12P ਦਾ ਕਿੰਨਾ ਹੋਊਗਾ 12P cos 0, ਕਿਉਂਕਿ ਇਹ 0 ਐਂਗਲ ਬਣਾਉਂਦੀ ਹੈਗੀ ਹੈ। ਦੂਸਰੀ ਫੋਰਸ ਜਿਹੜੀ ਹੈਗੀ ਹੈ 9P cos 120 ਡਿਗਰੀ, ਤੇ ਤੀਸਰੀ ਫੋਰਸ ਹੈਗੀ ਹੈ 4P cos 240, ਹੈ ਨਾ। ਤਾਂ ਇੱਥੇ ਜਿਹੜਾ cos 120 ਨੂੰ ਆਪਾਂ cos 90 + 30 ਲਿਖ ਸਕਦੇ ਹਾਂ, ਤੇ 240 ਨੂੰ ਆਪਾਂ 180 + 60 ਲਿਖ ਸਕਦੇ ਹੈਗੇ, ਹੈ ਨਾ। ਤਾਂ ਇਹ ਆਹ ਜਿਹੜਾ ਬਣ ਜਾਏਗਾ ਇਹ -sin 30 ਬਣ ਜਾਊਗਾ, ਤੇ ਆਹ ਵਾਲਾ ਜਿਹੜਾ ਹੈਗਾ ਇਹ -cos 60 ਹੀ ਰਹੂਗਾ। ਤੇ ਕਰਾ ਕੇ ਆਪਣੇ ਕੋਲ ਜਿਹੜਾ x ਜਿਹੜਾ ਹੈਗਾ ਉਹ 11/2P ਆ ਜਾਏਗਾ। ਮਤਲਬ ਸਮ ਆਫ ਰਿਜ਼ੋਲਵਡ ਪਾਰਟ ਅਲੋਂਗ ਐਕਸ ਐਕਸਿਸ ਜਿਹੜਾ ਹੈਗਾ ਉਹ 11/2P ਆ ਜਾਏਗਾ। ਹੁਣ ਆਪਾਂ ਫੋਰਸਸ ਨੂੰ ਰਿਜ਼ੋਲਵ ਕਰਦੇ ਹੈਗੇ ਵਾਈ ਵਾਲੇ ਪਾਸੇ, OY ਵਾਲੇ ਪਾਸੇ, ਜਿਹਨੂੰ ਆਪਾਂ ਕੈਪੀਟਲ Y ਕਵਾਂਗੇ। ਤਾਂ ਇੱਧਰ ਕੀ ਆ ਜਾਏਗਾ 12P sin 0 ਆ ਜਾਊਗਾ, ਹੈ ਨਾ। ਸਾਈਨ ਜਿਵੇਂ ਇੱਥੇ ਵੀ 0 ਲਈ sin 0, ਤੇ 9P sin 120 ਤੇ 4P sin 240। ਤਾਂ ਆਪਾਂ ਤੇ sin 120 ਨੂੰ ਲਿਖ ਸਕਦੇ ਹਾਂ sin 90 + 30, ਇਸੇ ਤਰ੍ਹਾਂ ਇਸ ਨੂੰ ਵੀ ਲਿਖ ਸਕਦੇ ਹਾਂ 180 + 60, ਹੈ ਨਾ। ਇਹ cos 30 ਬਣ ਜਾਊਗਾ, ਪਲੱਸ ਦਾ ਸੈਕਿੰਡ ਕੁਆਡਰੈਂਟ ਜਿਹੜਾ ਹੁੰਦਾ ਹੈ ਆਪਣਾ ਸਾਈਨ ਪੋਜ਼ਿਟਿਵ ਹੁੰਦਾ ਹੈ। ਇੱਥੇ ਕੀ 180 + 60 ਜਿਹੜਾ ਹੈਗਾ ਉਹ ਤੀਸਰਾ ਕੁਆਡਰੈਂਟ ਚਲਾ ਜਾਊਗਾ, ਤੀਸਰੇ ਕੁਆਡਰੈਂਟ ਜਿਹੜਾ ਸਾਈਨ ਹੁੰਦਾ ਉਹ ਨੈਗੇਟਿਵ ਹੁੰਦਾ ਹੈਗਾ। ਤਾਂ ਤਦੇ ਆਪਾਂ ਇੱਥੇ -sin 60 ਲਿਖਤਾ। ਤਾਂ ਕਰਾ ਕੇ ਆਪਣਾ ਜਿਹੜਾ y ਇੰਨਾ ਆ ਜਾਏਗਾ, ਠੀਕ ਹੈ। 5P √3/2, ਤੇ r ਕਿੰਨਾ ਹੁੰਦਾ ਦੋਨਾਂ ਦਾ ਸਮ ਆਫ ਸਕੇਅਰ x² + y²। x ਆਪਣਾ ਆ ਪਿਆ ਤੇ ਜਿਹੜਾ y ਹੈ ਆਪਣਾ ਆ ਪਿਆ, ਹੈ ਨਾ। ਦੋਨਾਂ ਨੂੰ ਸਮ ਆਫ ਸਕੇਅਰ ਕਰਤਾ ਹੈ ਦੋਨਾਂ ਦਾ। ਤਾਂ 49P ਆਪਣਾ ਬਣ ਗਿਆ ਇਹਨਾਂ ਦਾ ਟੋਟਲ, ਤੇ r ਕਿੰਨਾ ਆ ਗਿਆ ਆਪਣਾ 7P। ਤੇ ਦੋਨਾਂ ਨੂੰ ਡਿਵਾਈਡ ਕਰ ਦਿਓ, ਉੱਥੋਂ ਆਪਣਾ ਜਿਹੜਾ ਹੈਗਾ ਟੈਂਜੈਂਟ ਥੀਟਾ ਵੀ ਨਿਕਲਿਆ ਹੈਗਾ। ਵੈਸੇ ਆਨਸਰ ਮਗਰ cos ਥੀਟਾ ਕੱਢਿਆ ਹੋਇਆ, ਤੁਸੀਂ ਟੈਂਜੈਂਟ ਥੀਟਾ ਪਰ ਤੁਸੀਂ cos ਥੀਟਾ ਵੀ ਕੱਢ ਸਕਦੇ ਹੋ, ਬੜਾ ਸੌਖੀ ਜੀ ਗੱਲ ਹੈਗੀ ਹੈ। ਤਾਂ ਇੱਕ ਐਗਜ਼ਾਮਪਲ 'ਚ ਬੜਾ ਸੋਹਣਾ ਕੁਐਸਚਨ ਦਿੱਤਾ ਹੋਇਆ ਕਿ ਜੇ ਤਿੰਨ ਫੋਰਸ ਜਿਹੜੀਆਂ ਨੇ ਉਹ ਟ੍ਰਾਇੰਗਲ ਦੀਆਂ ਸਾਈਡ ਦੇ ਅਲੋਂਗ ਲੱਗ ਰਹੀਆਂ ਨੇ, ਕੋਈ ਵੀ ਤਿੰਨ ਫੋਰਸਿਸ PQR ਅਲੋਂਗ ਨਹੀਂ ਸੌਰੀ ਸਾਈਡਸ ਦੇ ਪੈਰਲਲ ਲੱਗ ਰਹੀਆਂ ਨੇ, PQR acts along direction parallel to the sides BC CA AB of the triangle ABC। ਤਾਂ ਰਿਜ਼ਲਟੈਂਟ ਜਿਹੜਾ ਇਹਦੇ ਬਰਾਬਰ ਹੋਊਗਾ। ਤਾਂ ਇਹ ਜਿਹੜਾ ਕੁਐਸਚਨ ਐਗਜ਼ਾਮਪਲ ਦੇ ਵਿੱਚ ਪਿਆ ਹੈ ਜੋ ਮੈਂ ਕੀਤਾ ਇਹਦੇ ਵਰਗਾ ਹੀ ਹੈ, ਠੀਕ ਹੈ। ਤਾਂ ਤੁਸੀਂ ਉਸ ਨੂੰ ਵੀ ਦੇਖ ਲਿਓ। ਤਾਂ ਫੋਰਸ ਦਾ ਰਿਜ਼ਲਟੈਂਟ ਇਹਦੇ ਬਰਾਬਰ ਹੋਊਗਾ। ਤਾਂ ਇਹ ਵੀ ਯੂਜ਼ਫੁਲ ਰਿਜ਼ਲਟ ਹੈਗਾ। ਇਹ ਰਿਜ਼ਲਟ ਉਹਦੇ ਵਰਗਾ ਹੀ r² = P² + Q² + 2PQ cos α, ਕੁਛ ਉਹਦੇ ਵਰਗਾ ਹੀ ਹੈ, ਠੀਕ ਹੈ। ਤਾਂ ਐਗਜ਼ਾਮਪਲ 2 ਵਿੱਚ ਦਾ ਪ੍ਰੂਫ ਦੇ ਰੱਖਿਆ ਹੈਗਾ, ਤੁਸੀਂ ਇਸ ਨੂੰ ਕਰ ਸਕਦੇ ਹੋ।
ਇਹ ਕੁਐਸਚਨ 3 ਨੰਬਰ ਉਹਦੇ ਵਰਗਾ ਹੀ ਹੈ। ਦਾ ਫੋਰਸਿਸ P ਮਾਈਨਸ ਕਿਊ ਪੀ ਸੌਰੀ ਇੱਥੇ P ਪਲੱਸ ਕਿਊ ਆ ਵਾਲਾ, ਇਹ P ਪਲੱਸ ਕਿਊ ਹੈ। ਐਕਟ ਅਲੋਂਗ ਏ ਪੁਆਇੰਟ, ਐਕਟ ਐਟ ਏ ਪੁਆਇੰਟ ਇਨ ਡਾਇਰੈਕਸ਼ਨ ਪੈਰਲਲ ਟੂ ਸਾਈਡਸ ਆਫ ਇਕੁਇਲੇਟਰਲ ਟ੍ਰਾਇੰਗਲ, ਫਾਈਂਡ ਦਾ ਰਿਜ਼ਲਟੈਂਟ। ਹੁਣ ਜੇ ਇਕੁਇਲੇਟਰਲ ਟ੍ਰਾਇੰਗਲ ਜਿਹੜੇ ਅੰਦਰਲੇ ਐਂਗਲ ਹੁੰਦੇ ਉਹ 160 ਡਿਗਰੀ ਹੁੰਦੇ ਹੈਗੇ ਹੈ ਨਾ, ਤਾਂ ਫਿਰ ਆਪਣਾ ਇੱਥੇ ਜਿਹੜੇ ABC ਹੈਗੇ ਇਸ ਫਾਰਮੂਲੇ ਵਿੱਚ 60 60 ਤੇ 60 ਭਰੇ ਜਾਣਗੇ ਅਤੇ ਰਿਜ਼ਲਟੈਂਟ ਆਪਣਾ ਈਜ਼ੀਲੀ ਨਿਕਲ ਜਾਊਗਾ।